मेरा नाम हरवीन है। केमिस्ट्री लेक्चरार मैरिटोरियस स्कूल अमृतसर। ਅੱਜ मैं ਤੁਹਾਨੂੰ ਗਰੁੱਪ 2 ਐਲੀਮੈਂਟਸ ਦੇ ਬਾਰੇ ਦੱਸਾਂਗੀ। ਗਰੁੱਪ 2 ਐਲੀਮੈਂਟਸ ਨੂੰ ਐਲਕਲਾਈਨ ਅਰਥ ਮੈਟਲ ਵੀ ਕਿਹਾ ਜਾਂਦਾ ਹੈ, ਐਲਕਲੀ ਮੈਟਲ ਵੀ ਕਿਹਾ ਜਾਂਦਾ ਹੈ। ਐਲਕਲਾਈਨ ਅਰਥ ਮੈਟਲ ਤੇ ਐਲਕਲਾਈਨ ਮੈਟਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬੇਸ ਲਾਈਕ ਪ੍ਰੋਪਰਟੀਜ਼ ਹੁੰਦੀਆਂ। ਹੁਣ ਆਪਾਂ ਦੇਖਾਂਗੇ ਕਿ ਗਰੁੱਪ 2 ਐਲੀਮੈਂਟਸ ਕਿਹੜੇ-ਕਿਹੜੇ ਨੇ। ਬੈਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੋਂਸ਼ੀਅਮ, ਬੇਰੀਅਮ, ਰੇਡੀਅਮ। ਹੁਣ ਇਹਨਾਂ ਦੀ ਜੇ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੀਏ ਤੇ ਇਹ ਪਹਿਲਾ ਸ਼ੈਲ ਹੁੰਦਾ K ਸ਼ੈਲ, L ਸ਼ੈਲ, M ਸ਼ੈਲ, ਠੀਕ ਹੈ। ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ that is ਜਰਨਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ ਇਹਦੀ, ਜਰਨਲ NS2। जनरल इलैक्ट्रॉनिक कन्फिगरेशन की होएगी NS2। फिर उस तो बाद आप डिस्कस करांगे ग्रुप 2 एलिमेंट्स के केड़े-केड़े। ग्रुप 2 ਨੂੰ ਆਪਾਂ ਗਰੁੱਪ ਸੈਕੰਡ A ਵੀ ਕਹਿੰਦੇ ਆ। ਹੁਣ ਦੇਖੋ ਬੱਚੇ ਕਿਹੜੇ-ਕਿਹੜੇ ਹੁੰਦੇ ਆ ਇਹਨਾਂ ਚ ਐਲੀਮੈਂਟ। ਬੈਰੀਲੀਅਮ ਦਾ ਸਿੰਬਲ ਕੀ ਹੁੰਦਾ, Be। ਮੈਗਨੀਸ਼ੀਅਮ ਦਾ ਸਿੰਬਲ ਕੀ ਹੁੰਦਾ, ਮੈਗਨੀਸ਼ੀਅਮ। ਕੈਲਸ਼ੀਅਮ ਦਾ ਸਿੰਬਲ ਕੀ ਹੁੰਦਾ, Ca। मैग्नीशियम का सिंबल Mg, कैल्शियम का सिंबल Ca, स्ट्रोंशियम का Sr, बेरियम का Ba एंड रेडियम। हुण की है तीन मैटल्स इस ग्रुप च इहो ਜਿਹੇ ने कैल्शियम, स्ट्रोंशियम एंड बेरियम ਜਿਹੜੇ बहुत ही पुराने समय तो नोन ने। ਇਹਨਾਂ ਨੂੰ ਆਪਾਂ ਐਲਕਲਾਈਨ ਅਰਥ ਮੈਟਲ ਕਹਿੰਦੇ ਆ। ਕਿਉਂ ਐਲਕਲਾਈਨ ਅਰਥ ਮੈਟਲ ਕਹਿੰਦੇ ਆ? ਕਿਉਂਕਿ ਇਹਨਾਂ ਦੀ ਬੇਸ ਲਾਈਕ ਪ੍ਰੋਪਰਟੀ ਹੁੰਦੀ। ਬੇਸ ਜਿਹੜੇ ਹੁੰਦੇ ਆ ਜਿਨ੍ਹਾਂ ਤੇ OH ਲੱਗਾ ਹੁੰਦਾ, ਆਕਸਾਈਡ ਲੱਗਦੇ ਹੁੰਦੇ ਆ। ਇਹਨਾਂ ਦੀਆਂ ਆਕਸਾਈਡਸ ਜਿਵੇਂ ਹੁਣ ਅਰਥ 'ਚ, ਪ੍ਰਿਥਵੀ 'ਚ, ਸਾਡੀ ਧਰਤੀ 'ਚ ਲਾਈਮ, ਚੂਨਾ CaO, ਠੀਕ ਹੈ। ਸਟ੍ਰੋਂਸ਼ੀਅਮ ਨੋਨ ਸਟ੍ਰੋਂਸ਼ੀਆ ਕਹਿੰਦੇ ਆ SRO, ਬਾਇਟਾ 'ਚ ਆਪਾਂ ਕਈ ਕੰਪਾਊਂਡਸ ਦੇਖਦੇ ਆ ਐਲਕਲਾਈਨ ਅਰਥ ਮੈਟਲਸ ਦੇ, ਉਹ ਕਿਹੜੇ ਹੁੰਦੇ ਆ BaO, ਬਾਇਟਾ। ਸੋ ਇਹ ਪਹਿਲੇ ਹੀ ਡਿਸਕਸ ਹੋ ਗਏ ਹੀ ਤੇ ਇਹਨਾਂ ਦਾ ਨਾਮ ਐਲਕਲਾਈਨ ਅਰਥ ਮੈਟਲ ਰੱਖਿਆ ਗਿਆ। ਫਿਰ ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਦਿਖਣ 'ਚ ਦਿਖਦੇ ਕਿਵੇਂ ਆ। ਬੈਰੀਲੀਅਮ ਗਰੁੱਪ 2 ਐਲੀਮੈਂਟਸ। ਬੈਰੀਲੀਅਮ ਇਸ ਤਰ੍ਹਾਂ ਮੈਟਲ ਲਸਟਰਸ ਜਿਹਾ ਦਿਖਦਾ, ਚਮਕਦਾਰ। ਉਸ ਤੋਂ ਬਾਅਦ ਮੈਗਨੀਸ਼ੀਅਮ ਦੀ ਅਪੀਅਰੈਂਸ ਇਸ ਤਰ੍ਹਾਂ ਹੁੰਦੀ ਹੈ, ਕੈਲਸ਼ੀਅਮ ਦੀ ਇਸ ਤਰ੍ਹਾਂ ਦੀ ਹੁੰਦੀ ਹੈ, ਰੇਡੀਅਮ ਦੀ ਐਵੇਂ ਦੀ ਹੁੰਦੀ ਹੈ, ਸਟ੍ਰੋਂਸ਼ੀਅਮ। ਇਹ ਸਾਰੇ ਮੈਟਲਸ ਦੀ ਇਹ ਮੈਂ ਪਿਕਚਰ ਲਾਈ ਹੋਈ ਆ। ਹੁਣ ਉਹਦੇ ਵਿੱਚ ਆਪਾਂ ਨੈਕਸਟ ਡਿਸਕਸ ਕਰਾਂਗੇ ਜਦੋਂ ਬੈਰੀਲੀਅਮ, ਕੈਲਸ਼ੀਅਮ ਇਹਨਾਂ ਨੂੰ ਫਲੇਮ ਟੈਸਟ ਕੀਤਾ ਜਾਂਦਾ। ਫਲੇਮ ਟੈਸਟ ਮਤਲਬ ਕਿ ਇਹਨਾਂ ਨੂੰ ਜਿਹੜਾ ਹੈ ਫਾਇਰ ਦੇ ਕੰਟੈਕਟ 'ਚ ਲਿਆਇਆ ਜਾਂਦਾ, ਫਲੇਮ ਦੇ ਕੰਟੈਕਟ 'ਚ। ਜਿਵੇਂ ਆਪਾਂ ਗੈਸ ਬਾਲਦੇ ਹਾਂ, ਠੀਕ ਹੈ, ਉਹਦੇ 'ਚ ਬਲੂ ਕਲਰ ਦੀ ਫਲੇਮ ਨਿਕਲਦੀ ਹੈ, ਗ੍ਰੀਨ ਦੀ ਨਿਕਲਦੀ ਹੈ। ਸੋ ਆਪਾਂ ਲੈਬੋਰਟਰੀ 'ਚ ਕੈਮਿਸਟਰੀ ਲੈਬ 'ਚ ਫਲੇਮ ਟੈਸਟ ਕਰਦੇ ਹਾਂ। ਸੋ ਜਿਹੜੇ ਵੀ ਕੰਪਾਊਂਡ 'ਚ ਐਲੀਮੈਂਟਸ ਪ੍ਰੈਜ਼ੈਂਟ ਹੁੰਦੇ ਆ ਤੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀਤੀ ਜਾਂਦੀ ਹੈ ਬਾਈ ਟੇਕਿੰਗ ਦਿਸ ਕਲਰ। ਸਪੋਜ਼ ਕੈਲਸ਼ੀਅਮ ਆਕਸਾਈਡ ਹੈ, ਕੈਲਸ਼ੀਅਮ ਆਕਸਾਈਡ ਤੁਹਾਨੂੰ ਇੱਕ ਕੰਪਾਊਂਡ ਦਿੱਤਾ ਗਿਆ ਲੈਬੋਰਟਰੀ 'ਚ, ਠੀਕ ਹੈ। ਤੁਸੀਂ ਆਇਡੈਂਟੀਫਾਈ ਕਰਨਾ ਹੈ ਕਿ ਕੈਲਸ਼ੀਅਮ ਆਕਸਾਈਡ 'ਚ ਕਿਹੜੇ ਐਲੀਮੈਂਟਸ ਨੇ, ਠੀਕ ਹੈ। ਹੁਣ ਕੈਲਸ਼ੀਅਮ ਆਕਸਾਈਡ 'ਚ ਜੇ ਤੁਹਾਨੂੰ ਨਹੀਂ ਪਤਾ ਇਹਦੇ ਵਿੱਚ ਕੈਲਸ਼ੀਅਮ ਤੇ ਆਕਸੀਜਨ ਹੈਗਾ, ਸੋ ਜਦੋਂ ਆਪਾਂ ਆਇਡੈਂਟੀਫਾਈ ਕਰਾਂਗੇ, ਆਇਡੈਂਟੀਫਿਕੇਸ਼ਨ ਕਰਦੇ ਆ ਲੈਬੋਰਟਰੀ 'ਚ ਬਾਈ ਯੂਜ਼ਿੰਗ ਫਲੇਮ ਟੈਸਟ, ਜੇ ਤੇ ਉਹਦੇ 'ਚ ਉਹ ਕੰਪਾਊਂਡ 'ਚ ਕੈਲਸ਼ੀਅਮ ਪ੍ਰੈਜ਼ੈਂਟ ਹੋਏਗਾ, ਫਿਰ ਉਹਦੇ 'ਚ ਬ੍ਰਿਕ ਰੈੱਡ ਕਲਰ ਆ ਜਾਏਗਾ ਫਲੇਮ 'ਚ। ਬ੍ਰਿਕ ਰੈੱਡ ਕਲਰ ਕਿਹੜਾ ਹੁੰਦਾ, ਜਿਵੇਂ ਇੱਟ ਦਾ ਕਲਰ ਨਹੀਂ ਹੁੰਦਾ, ਬ੍ਰਿਕ ਮਤਲਬ ਇੱਟ ਦਾ ਕਲਰ, ਇੱਟ ਵਰਗਾ ਰੰਗ ਹੁੰਦਾ ਹੈ ਉਸ ਫਲੇਮ ਦਾ। ਜੇ ਉਹਦੇ 'ਚ ਉਹ ਕੰਪਾਊਂਡ 'ਚ ਸਟ੍ਰੋਂਸ਼ੀਅਮ ਪ੍ਰੈਜ਼ੈਂਟ ਹੋਏਗਾ ਤੇ ਕ੍ਰਿਮਸਨ ਕਲਰ ਹੋ ਜਾਏਗਾ। ਕ੍ਰਿਮਸਨ ਕਲਰ ਕਿਹੜਾ ਹੁੰਦਾ, ਬਾਵਾ ਜਿਹਾ ਰੰਗ ਹੁੰਦਾ। ਉਸ ਤੋਂ ਬਾਅਦ ਬੇਰੀਅਮ ਕੀ ਹੁੰਦਾ, ਐਪਲ ਗ੍ਰੀਨ ਕਲਰ। ਐਪਲ ਗ੍ਰੀਨ ਜਿਵੇਂ ਜਦੋਂ ਸੇਬ ਕੱਚੇ ਹੁੰਦੇ ਆ, ਠੀਕ ਹੈ, ਤੇ ਉਹ ਕੱਚੇ ਸੇਬਾਂ ਦਾ ਰੰਗ ਜਿਹੜਾ ਐਪਲ ਗ੍ਰੀਨ ਹੁੰਦਾ, ਉਹ ਜੇ ਉਹ ਕੰਪਾਊਂਡ 'ਚ ਬੇਰੀਅਮ ਪ੍ਰੈਜ਼ੈਂਟ ਹੋਏਗਾ ਤੇ ਐਪਲ ਗ੍ਰੀਨ ਕਲਰ ਆ ਜਾਏਗਾ। ਨੈਕਸਟ ਆਪਾਂ ਡਿਸਕਸ ਕਰਨਾ ਵਾ ਇਲੈਕਟ੍ਰੋਨਿਕ ਸਟਰਕਚਰ। ਇਲੈਕਟ੍ਰੋਨਿਕ ਸਟਰਕਚਰ 'ਚ ਕੀ ਮਤਲਬ, ਇਹਨਾਂ ਦੇ ਐਟੋਮਿਕ ਨੰਬਰ ਕੀ ਨੇ
ठीक है। इलैक्ट्रॉनिक स्ट्रक्चर इलैक्ट्रॉनिक कन्फिगरेशन की है ते वैलेंस सैल च की आंदा हुण इन्हां च एलीमेंट्स किहड़े-किहड़े ने बेरिलियम मैग्नीशियम कैल्शियम स्ट्रोंशियम बेरियम रेडियम हुण बेरिलियम दा एटॉमिक नंबर कितना हुंदा 4 उस तो बाद 12 उस तो बाद 20 उस तो बाद 38 उस तो बाद स्ट्रोंशियम दा 38 बेरियम दा 56 रेडियम दा 88 ਹੁਣ ਉਹਨਾਂ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਜਦੋਂ ਆਪਾਂ ਬੈਰੀਲੀਅਮ ਦੀ ਲਿਖਾਂਗੇ that is ਹੀਲੀਅਮ ਤੇ 2s2 ਉਸ ਤੋਂ ਬਾਅਦ ਮੈਗਨੀਸ਼ੀਅਮ ਦੀ ਲਿਖਾਂਗੇ ਨਿਓਨ 3s2 ਉਸ ਤੋਂ ਬਾਅਦ ਕੈਲਸ਼ੀਅਮ ਦੀ ਲਿਖਾਂਗੇ ਤੇ ਆਰਗਨ 4s2 ਹੁਣ ਇਸ ਚ ਇਹ ਟੇਬਲ ਚ ਆਪਾਂ ਅਬਜ਼ਰਵ ਕਰ ਰਹੇ ਹਾਂ ਕਿ ਜਿਹੜੇ ਵੈਲੈਂਸ ਇਲੈਕਟ੍ਰੋਨ ਨੇ ਵੈਲੈਂਸ ਇਲੈਕਟ੍ਰੋਨਸ ਕਿਹੜੇ ਹੋਣਗੇ ਵੈਲੈਂਸ ਇਲੈਕਟ੍ਰੋਨ ਹੋਣਗੇ वैलेंस इलेक्ट्रॉन 2s2 2s2 3s2 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 4s2 5s2 6s2 7s2 आउटर इलेक्ट्रॉन केड़े आ रहे हैं आउटर इलेक्ट्रॉन जेडे भी आ रहे हैं 2s2 3s2 2s2 5s2 7s2 ਇਹਦੇ ਵਿੱਚ ਜਿਹੜੇ ਆ ਰਹੇ ਨੇ ਉਹ ਕਿਹੜੇ ਆ ਰਹੇ ਨੇ ਉਹ ਆਊਟਰ ਫੁੱਲੀ ਫਿਲਡ ਇਲੈਕਟ੍ਰੋਨਸ ਹੋ ਰਹੇ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਡਿਸਕਸ ਕਰ ਰਹੇ ਹਾਂ S2 ਇਲੈਕਟ੍ਰੋਨਸ ਮੀਨਸ ਫੁੱਲੀ ਫਿਲਡ ਇਲੈਕਟ੍ਰੋਨਸ ਸੋ ਇਹਨਾਂ ਨੂੰ ਆਪਾਂ ਇਹ ਨੋਬਲ ਗੈਸ ਕਨਫਿਗਰੇਸ਼ਨ ਅਟੇਨ ਕਰਦੇ ਇਹਨਾਂ ਨੂੰ ਇਹ ਸਟੇਬਲ ਨੇ ਹਾਫ ਫਿਲਡ ਐਂਡ ਫੁੱਲੀ ਫਿਲਡ ਇਲੈਕਟ੍ਰੋਨਸ ਆਰ stable है तुसी एटॉमिक स्ट्रक्चर चैप्टर च पढ़िया कि why half filled और fully filled electrons subshells are stable so ਇਹਦਾ रीजन भी ਤੁਹਾਨੂੰ ਪਤਾ ਹੈ ਸੋ ਇਹਦੇ ਵਿੱਚ ਕੀ ਹੈ ਕਿ S2 ਹੋਣ ਕਰਕੇ ਇਹਨੇ ਨੋਬਲ ਗੈਸ ਕਨਫਿਗਰੇਸ਼ਨ ਅਟੇਨ ਕਰ ਲਈ ਹੁਣ ਜਦੋਂ ਦੋ ਵੈਲੈਂਸ ਇਲੈਕਟ੍ਰੋਨ ਹੋ ਗਏ ਠੀਕ ਹੈ ਜਦੋਂ ਦੋਨੋਂ ਦੇ ਦੋਨੋਂ ਇਲੈਕਟ੍ਰੋਨ दोनों शेयर करेंगे ठीक है दोनों दे दोनों इलेक्ट्रॉन आपस में शेयर किए जाएंगे तो की होएगा A+2 ऑक्सीडेशन स्टेट शो करेगा उस तो बाद थोड़ा जिहा आपां फिजिकल प्रॉपर्टीज भी देख लैंदे हैं ये जिहड़े भी एलीमेंट्स हुंदे आ बेरीलियम कैल्शियम स्ट्रोंशियम ये सारे मैटल्स हुंदे आ ग्रेश वाइट कलर ਦੇ ਹੁੰਦੇ ਆ ਇਹਨਾਂ ਦਾ ਐਟੋਮਿਕ ਰੇਡੀਆਈ ਇਨਕਰੀਜ਼ ਕਰਦਾ ਜਿਸ ਤਰ੍ਹਾਂ ਹੀ ਆਪਾਂ ਬੈਰੀਲੀਅਮ ਟੂ ਰੇਡੀਅਮ ਜਾਵਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਡਿਸਕਸ ਕਰਨਾ ਵਾ ਕਿ ਬੈਰੀਲੀਅਮ ਐਟੋਮਿਕ ਹੁਣ ਇਹ ਟੇਬਲਸ ਤੇ ਦੇਖੋ ਤੁਸੀਂ ਕਿ ਜਿਸ ਤਰ੍ਹਾਂ ਹੀ ਆਪਾਂ ਬੈਰੀਲੀਅਮ ਟੂ रेडियम जा रहे हैं बेरिलियम टू रेडियम जा रहे हैं ठीक है बेरिलियम टू रेडियम जा रहे हैं तो की होया की कहते हैं इन्हां दा एटॉमिक रेडियाई इंक्रीज कर रहा एटॉमिक रेडियाई आयनिक रेडियाई इंक्रीज कर रहा एटॉमिक रेडियाई की वैल्यू कितनी हो रही है एटॉमिक रेडियाई की वैल्यू 0.96 उस तो बाद 1.36 उस तो बाद 1.74 so as we move from बेरिलियम टू रेडियम ठीक है तो की हो रहा 0.96 वैल्यू कितना जा रही है 0.96 बेरिलियम के एटॉमिक रेडियाई ठीक है देन मैग्नीशियम 1.36 देन 1.74 स्ट्रोंशियम 1.91 बेरियम 1.98 मतलब इंक्रीज कर रहा जिस तरह ही आप टॉप टू बॉटम जा रहे ठीक है आयनिक रेडिया इहदा भी ट्रेंड यही है 0.31 तो रेडियम तक कितना जा रहा है 1.52 नेक्स्ट वेरी इंपॉर्टेंट प्रॉपर्टी दैट इज आयनाइजेशन पोटेंशियल हुण आयनाइजेशन पोटेंशियल की हुंदा है कि दैट इज द एनर्जी रिक्वायर्ड टू रिमूव द इलेक्ट्रॉन
एनर्जी रिक्वायर्ड टू रिमूव द इलेक्ट्रॉन फ्रॉम वैलेंस शेल। ठीक है, जिस तरह ही ਹੁਣ these metals have fully valence shell electron, so ionization energy is the energy ਉਹ ਵਾਲੀ ਸ਼ਕਤੀ ਜਿਹੜੀ ਕਿ ਇੱਕ ਇਲੈਕਟ੍ਰੋਨ ਨੂੰ ਬੈਲੈਂਸ ਇਲੈਕਟ੍ਰੋਨ ਨੂੰ ਆਪਾਂ ਰਿਮੂਵ ਕਰਨ ਲਈ ਲਗਾਉਂਦੇ ਹਾਂ એનર્ਜੀ। ਵੈਲੈਂਸ ਇਲੈਕਟ੍ਰੋਨ ਨੂੰ ਰਿਮੂਵ ਕਰਨ ਫਰੋਮ ਸ਼ੈਲ ਤੋਂ ਰਿਮੂਵ ਕਰਨ ਲਈ ਜਿਹੜੀ એનર્ਜੀ ਲਗਾਉਂਦੇ ਆ ਉਹਨੂੰ ਆਇਨਾਈਜੇਸ਼ਨ ਪੋਟੈਂਸ਼ੀਅਲ ਕਹਿੰਦੇ। ਹੁਣ ਇਸ ਟੇਬਲ 'ਚ ਸਭ ਤੋਂ ਪਹਿਲੇ ਬੈਰੀਲੀਅਮ ਤੋਂ ਲੈ ਕੇ ਰੇਡੀਅਮ ਤੱਕ ਆਇਨਾਈਜੇਸ਼ਨ એનર્ਜੀ ਵੈਲਿਊਜ਼ ਅਬਜ਼ਰਵ ਕੀਤੀਆਂ ਗਈਆਂ। I1 ਇੱਥੇ ਕੀ ਹੈ? I1 that is the ionization potential 89.5। ठीक है, फर्स्ट आयनाइजेशन पोटेंशियल, उस तो बाद I2 that is second आयनाइजेशन पोटेंशियल। तो ये देखो तुसी ऑब्जर्व करो कि बेरीलियम तो जिस तरह ही आप रेडियम तक जा रहे हैं टॉप टू बॉटम, आयनाइजेशन पोटेंशियल की कर रही है डिक्रीज कर रही है, दीज वैल्यूज आर डिक्रीजिंग। Next main property is the density. Next main property is the density. Like alkali metals, the density of alkaline earth metals decreases order. Density भी increase कर रही है। क्यों? क्योंकि ਜਿਹੜੀ crystals ਹੁੰਦੇ ਆ ਬੈਰੀਲੀਅਮ ਦਾ, ਮੈਗਨੀਸ਼ੀਅਮ ਦਾ, ਸਟੋਨਸ਼ੀਅਮ ਦਾ, ਜਿਸ ਤਰ੍ਹਾਂ ਹੀ ਆਪਾਂ ਟੌਪ ਟੂ ਬਾਟਮ ਜਾਂਦੇ ਆ ਤੇ ਉਹ ਰੈਗੂਲਰ ਇਰੈਗੂਲਰ ਹੋਣੇ ਸ਼ੁਰੂ ਹੋ ਜਾਂਦੇ ਆ, ਅਮੋਰਫਸ ਫਾਰਮ 'ਚ ਆਉਣੇ ਸ਼ੁਰੂ ਹੋ ਜਾਂਦੇ ਆ ਸਟਰਕਚਰਸ ਉਹਨਾਂ ਦੇ। ਉਸ ਤੋਂ ਬਾਅਦ ਇੱਕ ਕੁਐਸਚਨ ਬੜਾ ਇੰਪੋਰਟੈਂਟ ਜਿਹੜਾ ਪੇਪਰ 'ਚ ਆਉਂਦਾ ਹੈ ਕੰਪੈਰੀਜ਼ਨ ਦੇ ਤੌਰ ਤੇ, that is why alkaline earth metals are denser than the alkali metals। ਹੁਣ ਜੇ ਆਪਾਂ ਕੰਪੇਅਰ ਕਰੀਏ alkali metal, comparing with alkali metal is denser than the alkaline earth metal। क्यों? क्योंकि जे ग्रुप सेकंड ए है वो टाइटली पैक्ड है, उन्हां च NS2 इलेक्ट्रॉन ने, न्यूक्लियर चार्ज है स्मॉलर साइज, ते जेड़े ग्रुप 1A है उन्हां च नोबल वो टाइटली पैक्ड नहीं है। सिक्स्थ मेन प्रॉपर्टी दैट इज द इलेक्ट्रोपॉजिटिव करैक्टर। इलेक्ट्रोपॉजिटिव करैक्टर की है कि एल्कलाइन अर्थ मैटल जिहड़े है वो इलेक्ट्रोपॉजिटिव करैक्टर शो करते हैं। इट increases from beryllium to वेरियम। ठीक है, ਹੁਣ आयनाइजेशन एनर्जी हाई मैटल एल्कली मैटल होएगी स्ट्रॉन्गली, जिन्हां दी हाई आयनाइजेशन एनर्जी होएगी वो स्ट्रॉन्गली इलेक्ट्रोपॉजिटिव नहीं होंगे जिवें एल्कली मैटल। ਹੁਣ इलेक्ट्रोनेगेटिविटी की होंदी है? इलेक्ट्रोनेगेटिविटी दी वैल्यू तुसी ऑब्जर्व करोगे बेरीलियम टू रेडियम, बेरीलियम टू रेडियम की हो रहा इलेक्ट्रोनेगेटिविटी बेरीलियम टू रेडियम डिक्रीज कर रही। ठीक है, नेक्स्ट मेन प्रॉपर्टी मेल्टिंग पॉइंट एंड बॉइलिंग पॉइंट। मेल्टिंग पॉइंट जे आप ऑब्जर्व करिए एल्कलाइन अर्थ मेटल का, ते मेल्टिंग पॉइंट की हो रहा डिक्रीज हो रहा है बेरीलियम टू रेडियम। इसी तरह बॉइलिंग पॉइंट भी डिक्रीज हो रहा है, बट एल्कली मेटल्स नालों यह ज़्यादा हायर है एल्कली मेटल्स नालों। रीजन की है? क्योंकि दो वैलेंस इलेक्ट्रॉन ही स्ट्रॉन्गली बॉन्डेड है सॉलिड स्टेट। उस तो बाद कलरेशन ऑफ फ्लेम। ਹੁਣ ਜੇ ਆਪਾਂ ਕੰਪੈਰੀਜ਼ਨ ਕਰੀਏ ਐਲਕਲੀ ਮੈਟਲਸ ਨਾਲ ਤੇ ਐਲਕਲਾਈਨ ਅਰਥ ਮੈਟਲ ਚ ਸਿਰਫ ਇਹ ਸੈਕਿੰਡ ਪੀਰੀਅਡ ਚ ਇੱਕ 3 ਹੀ ਐਲੀਮੈਂਟਸ ਨੇ ਜਿਹੜੇ ਕਿ ਫਲੇਮ ਸ਼ੋ ਕਰਦੇ ਆ, ਜਿਵੇਂ ਕੈਲਸ਼ੀਅਮ ਬ੍ਰਿਕ ਰੈਡ ਕਲਰ, ਸਟ੍ਰੋਂਸ਼ੀਅਮ क्रिम्सन रेड कलर, उस तो बाद बेरियम एप्पल ग्रीन कलर। ठीक है, बेरीलियम ते मैग्नीशियम कोई फ्लेम कलर नहीं देंगे। नेक्स्ट लास्ट प्रॉपर्टी फिजिकल प्रॉपर्टी कंडक्टिविटी। कंडक्टिविटी एल्कली मेटल्स वांग एल्कलाइन अर्थ मेटल भी गुड कंडक्टर्स ने। उस तो बाद मेन टॉपिक दैट इज केमिकल प्रॉपर्टीज ऑफ एल्कलाइन अर्थ मेटल। ਹੁਣ केमिकल प्रॉपर्टीज सब तो
पहली केमिकल प्रॉपर्टी हैगी है रिड्यूसिंग प्रॉपर्टी। Alkaline earth metals have 2 electron in the valence shell। ਇਹ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਦੇ ਫੁੱਲੀ ਫਿਲਡ ਨੇ, ਠੀਕ ਹੈ। ਉਹਨਾਂ ਦਾ ਲਾਰਜ ਸਾਈਜ਼ ਹੋਣ ਕਰਕੇ M2 ਪੋਜ਼ਿਟਿਵ ਸ਼ੋ ਕਰਦੇ। ਹੁਣ ਜਿਹੜੀ ਰਿਡਿਊਸਿੰਗ मतलब ਜਿਹੜੇ ऑक्सीडेशन करनगे वो स्ट्रॉन्ग रिड्यूसिंग एजेंट भी होंगे। सेकंड केमिकल प्रॉपर्टी रिएक्शन विद ऑक्सीजन। ਹੁਣ ਮੈਟਲ ਜਦੋਂ ਆਕਸੀਜਨ ਨਾਲ ਰਿਐਕਟ ਕਰੇਗਾ, ਕੋਈ ਵੀ ਭਾਵੇਂ ਉਹ ਐਲਕਲੀ ਮੈਟਲ ਹੋਵੇ ਭਾਵੇਂ ਐਲਕਲਾਈਨ ਅਰਥ ਮੈਟਲ, ਤੇ ਕੀ ਬਣਾਏਗਾ ਕਰਸਪੋਂਡਿੰਗ ਆਕਸਾਈਡ। ਹੁਣ ਜਿਵੇਂ ਬੇਰੀਅਮ ਆਕਸਾਈਡ ਹੈ, ਆਕਸੀਜਨ ਨਾਲ ਰਿਐਕਟ ਕਰਕੇ ਆਕਸਾਈਡ ਬਣਾਏਗਾ ਬੇਰੀਅਮ ਆਕਸਾਈਡ। ਉਸ ਤੋਂ ਬਾਅਦ ਹਾਈਡਰੋਜਨ ਨਾਲ ਜਦੋਂ ਇਹ ਐਲਕਲੀ ਮੈਟਲ ਦੀ ਰਿਐਕਸ਼ਨ ਹੋਏਗੀ ਤੇ ਕੀ ਬਣਾਏਗਾ ਮੈਟਲ ਹਾਈਡਰਾਈਡ। ਲਾਈਕ ਇਸ ਤਰ੍ਹਾਂ ਰਿਐਕਸ਼ਨ ਹੋਏਗੀ MH2 + 2H2O ਤੇ ਮੈਟਲ ਹਾਈਡਰੋਕਸਾਈਡ प्लस हाइड्रोजन गैस रिलीज होएगी, ठीक है। उस तो बाद आप मैग्नीशियम ऑक्साइड ग्रुप 2 एलिमेंट्स देखते हैं। देखो हुण जदों मैग्नीशियम जे आप एयर च दो तरीके नाल हुंदे, एक एयर च भी ऑक्सीजन हुंदा है ते एक कल्ली ऑक्सीजन च हुंदा। ਹੁਣ ਜਦੋਂ ਮੈਗਨੀਸ਼ੀਅਮ ਦੀ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ ਲੈਬ 'ਚ ਰਿਐਕਸ਼ਨ ਕਰਾਂਗੇ ਮੈਗਨੀਸ਼ੀਅਮ ਰੀਜਨ ਲੈ ਕੇ, ਤੇ ਕੀ ਬਣੇਗਾ ਮੈਗਨੀਸ਼ੀਅਮ ਆਕਸਾਈਡ। ਆਬਜ਼ਰਵੇਸ਼ਨਸ ਕੀ ਆਣਗੀਆਂ, फटाफट बर्न हो जाएगा, मैग्नीशियम ऑक्सीजन के कॉन्टैक्ट च आएगा। उस तो बाद वाइट सॉलिड प्रोड्यूस होएगा ते वाइट कलर की फ्लेम आएगी। नेक्स्ट है रिएक्शन विद नाइट्रोजन। कहीं भी मेटल एल्कली मेटल और एल्कलाइन अर्थ मेटल। ਹੁਣ एल्कलाइन अर्थ मेटल ਇੱਥੇ M ਕੀ ਹੈ एल्कलाइन अर्थ मेटल। एल्कलाइन अर्थ मेटल ਜਦੋਂ ਰਿਐਕਟ ਕਰੇਗਾ ਨਾਈਟ੍ਰੋਜਨ ਨਾਲ ਤੇ ਕੀ ਬਣੇਗਾ M3N2। ਤੇ ਫਰਦਰ ਜਿਹੜੀ ਨਾਈਟ੍ਰਾਈਡ ਰਿਐਕਟ ਕਰੇਗੀ ਉਹ ਕੀ ਬਣਾ ਦੇਗੀ ਅਮੋਨੀਆ। ਜਦੋਂ ਵਾਟਰ ਨਾਲ ਰਿਐਕਸ਼ਨ ਕਰੇਗੀ ਤੇ ਕੀ ਬਣਾ ਦੇਗੀ ਅਮੋਨੀਆ। ਹੁਣ ਕਿਸੇ ਵੀ ਐਲਕਲਾਈਨ ਅਰਥ ਮੈਟਲ ਦੀ ਰਿਐਕਸ਼ਨ ਆਪਾਂ ਵਾਟਰ ਨਾਲ ਕਰਾਂਗੇ। ਨੈਕਸਟ ਰਿਐਕਸ਼ਨ ਹੈ ਰਿਐਕਸ਼ਨ ਵਿਦ ਵਾਟਰ। ਜਦੋਂ ਮੈਟਲ ਦੀ ਐਲਕਲਾਈਨ ਅਰਥ ਮੈਟਲ ਦੀ ਵਾਟਰ ਨਾਲ ਰਿਐਕਸ਼ਨ ਕਰਾਂਗੇ ਤੇ ਕੀ ਬਣਾ ਦੇਗਾ ਮੈਟਲ ਹਾਈਡਰੋਕਸਾਈਡਸ ਔਰ H2। ਉਸ ਤੋਂ ਬਾਅਦ ਹੈ ਰਿਐਕਸ਼ਨ ਵਿਦ ਹੈਲੋਜਨ। ਐਲਕਲਾਈਨ ਅਰਥ ਮੈਟਲ ਜਦੋਂ ਹੈਲੋਜਨਸ ਕਿਹੜੇ ਹੁੰਦੇ ਕਲੋਰੀਨ ਬ੍ਰੋਮੀਨ ਆਇਨ। ਮੈਟਲਸ ਦੀ ਜਦੋਂ ਆਪਾਂ ਹੈਲੋਜਨ ਨਾਲ ਰਿਐਕਸ਼ਨ ਕਰਾਵਾਂਗੇ ਤੇ ਕੀ ਬਣਾਏਗਾ ਮੈਟਲ ਹੈਲਾਈਡ। ਹੁਣ ਆਪਾਂ ਕੰਪੈਰੀਜ਼ਨ ਕਰਦੇ ਹਾਂ ਦੋਵਾਂ ਦਾ ਐਲਕਲੀ ਤੇ ਐਲਕਲਾਈਨ ਅਰਥ ਮੈਟਲ। ਸਿਮਿਲੈਰਿਟੀਜ਼ ਕੀ ਨੇ, ਸਭ ਤੋਂ ਪਹਿਲੇ ਜੇ ਆਪਾਂ ਦੇਖੀਏ ਸਿਮਿਲੈਰਿਟੀਜ਼ ਐਲਕਲਾਈਨ ਅਰਥ ਮੈਟਲ ਦੋਨੋਂ ਦੀ ਪ੍ਰੋਪਰਟੀਜ਼ ਦੀ ਰਿਸੈਂਬਲੈਂਸ ਹੈ। ਜਿਵੇਂ ਐਲਕਲਾਈ ਮੈਟਲ ਵਾਂਗੂ ਹੀ ਐਲਕਲਾਈਨ ਅਰਥ ਮੈਟਲ ਇਲੈਕਟ੍ਰੋਪੋਜ਼ਿਟਿਵ ਕਰੈਕਟਰ ਸ਼ੋ ਕਰਦੇ ਆ। Second thing, the electropositive nature increases from beryllium to radium, ठीक है। दोनों ही freely occur नहीं होंगे। उस तो बाद दोनों नू ही extract किया जाता है। extract मतलब salt तो आपां इन्हां दा metals नू कट सकते हैं। दोनों ही soft ते silvery white color दे होंदे आ। उस तो बाद वाटर नाल रिएक्ट करके हाइड्रोक्साइड ते हाइड्रोजन गैस दिंदे आ। उस तो बाद स्ट्रॉन्ग बेस विद वाटर, जदों वाटर नाल रिएक्शन हुंदी है ते स्ट्रॉन्ग बेस बनांदे। हुण डिसिमिलैरिटीज की ने, जिन्हां दा बहुत बारी क्वेश्चंस आया होया बोर्ड च, व्हाट इज द डिफरेंस बिटवीन द एल्कलाइन अर्थ मेटल एंड एल्कली मेटल। सो तुसी ये डिसिमिलैरिटीज टेबल्स खानी, तुसी ये डिसिमिलैरिटीज तो ਇਹਨੂੰ ਜਿਹੜਾ ਤੁਸੀਂ ਡਿਫਰੈਂਸ ਕਰ ਸਕਦੇ ਹੋ। ਡਿਫਰੈਂਸ ਹਮੇਸ਼ਾ ਜਿਹੜਾ 3D ਪੈਟਰਨ 'ਚ ਦੇਣਾ ਹੁੰਦਾ ਤਾਂ ਕਿ ਤੁਹਾਡੇ ਤੁਸੀਂ ਬੋਰਡ 'ਚ ਜਿਹੜਾ ਉਹ ਪੰਜਾਬ ਬੋਰਡ ਦੇ ਐਗਜ਼ਾਮਸ 'ਚ ਵਧੀਆ ਪ੍ਰੈਜੈਂਟੇਸ਼ਨ ਦੇ ਸਕੋ। ਹੁਣ ਦੇਖੋ ਇਹ 3D ਟੇਬਲ ਬਣਿਆ ਹੋਇਆ। ਦਿਸ ਟੇਬਲ ਸ਼ੋਜ਼ ਦਾ ਐਲਕਲਾਈਨ ਅਰਥ ਮੈਟਲ ਡਿਫਰੈਂਸ ਬਿਟਵੀਨ ਦਾ ਐਲਕਲਾਈਨ ਅਰਥ ਮੈਟਲ ਐਂਡ ਐਲਕਲੀ ਮੈਟਲ। ਹੁਣ ਸਭ ਤੋਂ ਪਹਿਲੀ ਪ੍ਰੋਪਰਟੀ ਜਿਹੜੀ ਡਿਫਰ ਕਰਦੀ ਹੈ ਦੋਵਾਂ ਨੂੰ ਹਾਰਡਨੈਸ। that is a more harder है a less harder है। उस तो बाद softness है less soft है more soft है। alkali metals heaviness more heavier है less heavier है। melting point and boiling point
ਇਹਨਾਂ ਦਾ ਮੋਰ ਹੈਗਾ ਐਲਕਲੀ ਮੈਟਲ ਨਾਲੋਂ ਲੈਸ ਹੈ। ਉਸ ਤੋਂ ਬਾਅਦ ਡੈਂਸਿਟੀ ਐਲਕਲੀ ਅਰਥ ਮੈਟਲ ਦੀ ਗ੍ਰੇਟਰ ਹੈ, ਉਹਦੇ ਲੈਸਰ ਹੈ। ਬੇਸਿਕ ਕਰੈਕਟਰ ਐਲਕਲਾਈਨ ਅਰਥ ਮੈਟਲ ਦਾ ਲੈਸ ਬੇਸਿਕ ਹੈ, ਐਲਕਲੀ ਮੈਟਲਸ ਦਾ ਮੋਰ ਬੇਸਿਕ ਹੈ। ਸਾਈਜ਼ smaller than alkali metals, ठीक है। alkali metals larger than alkaline earth metal, reducing property lower than alkali metal, higher than alkaline earth metal। oxide है covalent nature है, less covalent nature है। उस तो बाद calcium strontium less vigorously है, ਜਿਹੜੇ ਹੈ alkali metal more reactivity है। sulfates ਬਣਾਉਂਦੇ ਆ, सल्फेट्स कार्बोनेट्स फॉस्फेट बनाते हैं इनसॉल्युबल इन वाटर, ਜਿਹੜੇ ਆ लिथियम कार्बोनेट ਤੇ लिथियम फॉस्फेट आर इनसॉल्युबल, ठीक है। ਉਸ ਤੋਂ ਬਾਅਦ पोलराइजिंग कैपेसिटी ਇਹਨਾਂ ਦੀ ग्रेटर ਹੁੰਦੀ ਹੈ ਐਲਕਲੀ ਮੈਟਲ ਨਾਲੋਂ, ਇਹਦੀ ਲੋਅਰ ਹੁੰਦੀ ਹੈ ਐਲਕਲਾਈਨ ਅਰਥ ਮੈਟਲ ਨਾਲੋਂ। नेक्स्ट है यूजेस, कितने कितने यूज किए जाते। यूजेस ऑफ एल्कलाइन अर्थ मेटल। मैग्नीशियम, मैग्नीशियम is used is second most common cation in intracellular fluid च यूज ਹੁੰਦਾ है। मैग्नीशियम DNA repairs च यूज ਹੁੰਦਾ है। उस तो बाद component of enzyme ATP very important। उस तो बाद मसल कॉन्ट्रैक्शंस च यूज ਹੁੰਦਾ है। उस तो बाद हाइपोमैग्नीशिया क्लिनिकली ਉੱਥੇ ਵੀ यूज ਹੁੰਦਾ है। ਹੁਣ ਮੈਗਨੀਸ਼ੀਅਮ ਦੇ ਕੰਪਾਊਂਡਸ ਕਿੱਥੇ ਕਿੱਥੇ यूज ਹੁੰਦੇ ਆ, ਐਜ਼ ਐਂਟਾਸਿਡ। ਉਸ ਤੋਂ ਬਾਅਦ ਐਂਟੀਡੋਟ ਚ ਮੈਗਨੀਸ਼ੀਅਮ ਹਾਈਡਰੋਕਸਾਈਡ, ਡੋਜ਼ ਐਜ਼ ਅ ਲੈਗਜ਼ੇਟਿਵ। ਲੈਗਜ਼ੇਟਿਵ ਕੀ ਹੁੰਦਾ, ਮਤਲਬ ਜਿਹੜਾ ਕੀ ਕਹਿੰਦੇ ਆ बहुत थकावट से दिता जाता है। उस तो बाद सोप्स यूज होंदा है। ट्राइसिलिकेट गैस्ट्रिक जो एसिडिटी बन जाती है उससे यूज होंदा है। ड्रग्स च यूज होंदा है, ड्रग्स नूं टॉक्सिक करन वास्ते। उस तो बाद आह कंपाउंड्स दियां मैग्नीशियम दे कंपाउंड्स दियां सारियां दी यूजेस आ। ट्राइसिलिकेट हाइड्रेट कितने कितने यूज होंदे आ। उस तो बाद सब तो पहले थिकनिंग करन, चॉकलेट नूं थिकनिंग करन च यूज होंदा। उस तो बाद मैग्नीशियम सल्फेट कितने यूज होंदा है, हाइपोमैग्नीशिया। सॉल्युबल साल्ट च मैग्नीशियम कार्बोनेट यूज होंदा है एज एन एंटासिड्स। दैन कैल्शियम, कैल्शियम से हर थां यूज होंदा। बोन मैरो, बोन मैरो मतलब की हुंदी है, रीढ़ दी हड्डी जिहड़ी साडी बैक ते है, बोन मैरो च उत्थे कैल्शियम यूज होंदा है। इंपॉर्टेंट, वेरी इंपॉर्टेंट फॉर आवर बॉडी। एंजाइम एक्टिवेशन च यूज होंदा। टीथ च, ठीक है, लैक्टेशंस च। उस तो बाद मेनटेनेंस ऑफ मैम्ब्रेन। हाइपरकैमिक कैल्शियमिया, ਹੁਣ ਐਕਸੈਸ ਜਦੋਂ ਕੈਲਸ਼ੀਅਮ ਸਾਡੀ ਬੋਡੀ 'ਚ ਹੋ ਜਾਂਦਾ ਹੈ ਤੇ ਉਹਨੂੰ ਆਪਾਂ ਹਾਈਪਰ ਕੈਲਸ਼ੀਮੀਆ ਕਹਿੰਦੇ ਆ। ਉਸ ਤੋਂ ਬਾਅਦ ਕੈਲਸ਼ੀਅਮ ਕਲੋਰਾਈਡ ਕਿੱਥੇ ਯੂਜ਼ ਹੁੰਦੇ ਆ, ਬਲੌਕਰਸ। ਕੈਲਸ਼ੀਅਮ ਹਾਈਡਰੋਕਸਾਈਡ ਸਕਿਨ ਮੈਂਬਰੇਨਸ ਯੂਜ਼ ਹੁੰਦੇ। ਕੈਲਸ਼ੀਅਮ ਸਲਫੇਟ ਡਿਲਿਊਟੈਂਟ ਇਨ ਟੈਬਲੇਟ, ਟੈਬਲੇਟ ਨੂੰ ਜਿਹੜਾ ਕੀ ਕਹਿੰਦੇ ਆ ਡਿਲਿਊਟ ਕਰਨ ਵਾਸਤੇ ਯੂਜ਼ ਹੁੰਦੇ ਆ। ਉਸ ਤੋਂ ਬਾਅਦ ਟੰਗਸਟੇਟ ਉੱਥੇ ਵੀ ਯੂਜ਼ ਹੁੰਦਾ, ਲੂਕੋਨੇਟ ਉੱਥੇ ਵੀ ਯੂਜ਼ ਹੁੰਦਾ। ਹੁਣ एक क्वेश्चन है ਤੁਹਾਡੇ ਸਾਰਿਆਂ ਲਈ, which one of the following equation represent the reaction that occurs calcium nitrate is heated strongly। ਹੁਣ ਇਹਨਾਂ ਸਾਰੀਆਂ ਰਿਐਕਸ਼ਨਸ ਤੋਂ ਤੁਸੀਂ ਦੱਸੋਗੇ ਕਿ ਕੈਲਸ਼ੀਅਮ ਨਾਈਟ੍ਰੇਟ ਬਹੁਤ ਜ਼ਿਆਦਾ ਸਟਰੋਂਗਲੀ ਹੀਟ ਕੀਤਾ ਗਿਆ। ਇਹ ਤੁਹਾਡਾ ਹੋਮਵਰਕ ਹੈ, ਠੀਕ ਹੈ। ਤੁਹਾਨੂੰ ਮੈਂ ਯੂਜ਼ਸ ਕਰਵਾਈਆਂ, ਰਿਐਕਸ਼ਨਸ ਕਰਵਾਈਆਂ ਕੈਲਸ਼ੀਅਮ ਤੇ ਐਲਕਲੀ ਅਰਥ ਮੈਟਲਸ ਦੀਆਂ। तो उतों वेख के तुसी दसोगे कि स्ट्रोंगली हीट करने नाल की हुंदा। तो ये क्वेश्चन सारे जाने नोट करो कॉपी ते करके उन्होंने दिखाओ आंसर की है। मैं दसदी हाँ राइट ऑप्शन की है, राइट ऑप्शन है, राइट ऑप्शन है बी ऑप्शन
ਜਦੋਂ ਵੀ ਕਿਸੇ ਵੀ ਕੰਪਾਊਂਡ ਨੂੰ ਆਪਾਂ ਸਟਰੋਂਗਲੀ ਹੀਟ ਕਰਦੇ ਹਾਂ ਤੇ ਉਹ ਪੂਰਾ ਦਾ ਪੂਰਾ ਡੀਕੰਪੋਜ਼ ਹੋ ਜਾਂਦਾ। ਹੁਣ ਇਹਦੇ ਵਿੱਚ ਦੇਖੋ ਕੈਲਸ਼ੀਅਮ ਨਾਈਟ੍ਰੇਟ 2 ਮੋਲ ਰਹਿ ਰਹੇ ਆ, ਬੈਲੈਂਸਡ ਇਕੁਏਸ਼ਨ ਕਿਹੜੀ ਹੈ? ਕੈਲਸ਼ੀਅਮ ਦੇ ਇੱਥੇ 2 ਹੈ, ਇੱਥੇ ਵੀ 2। ਸੋ ਇਹ ਜਿਹੜੀ ਰਿਐਕਸ਼ਨ ਹੈ ਬੈਲੈਂਸਡ ਰਿਐਕਸ਼ਨ ਹੈ, ਸੋ ਆਪਸ਼ਨ ਬੀ ਆਂਸਰ। Next question is, which of the following is likely to have electronegativity similar to that of aluminum? ਹੁਣ chemical properties ਤੁਹਾਨੂੰ ਮੈਂ ਕਰਵਾਤੀ ਹੈ, ਠੀਕ ਹੈ। ਹੁਣ ਇਹਨਾਂ ਚੋਂ ਤੁਸੀਂ find ਕਰਨਾ ਹੈ ਕਿ ਕਿਹੜੇ element ਦੀਆਂ properties similar ਹੋਣਗੀਆਂ, diagonal relationship, electronegativity, मतलब ਕਿਹੜੇ element ਦੀਆਂ similar ਹੋਣਗੀਆਂ aluminium ਨਾਲ properties। तो आंसर क्या आएगा? बेरिलियम। देखो आ ग्रुप 2 एलिमेंट्स ਦੇ ਜਿਹੜੇ ਆਪਾਂ ਕੌਸਮੈਟਿਕਸ ਬਣਾਉਂਦੇ ਆ ਉਹ ਹੈ ਪਾਈਪ ਹੈ, ਸ਼ੀਪ ਹੈ, ਕੁਆਇਨਸ ਹੈ, ਸਾਰੀਆਂ ਗਰੁੱਪ 2 ਸੈਕੰਡ ਐਲੀਮੈਂਟਸ ਨੇ। ਉਸ ਤੋਂ ਬਾਅਦ ਕੰਪਾਊਂਡਸ ਕਿਹੜੇ ਐਲੀਮੈਂਟਸ ਗਰੁੱਪ 2 ਐਲੀਮੈਂਟਸ ਦੇ ਕੰਪਾਊਂਡਸ, ਜਿਵੇਂ ਹੁਣ ਕੈਲਸ਼ੀਅਮ ਕਾਰਬੋਨੇਟ ਕਿਵੇਂ ਬਣਦਾ, ਸੌਫਟ ਵਾਟਰ ਕੀ ਹੁੰਦਾ ਵਾ ਜਿਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਬਾਈਕਾਰਬੋਨੇਟ ਆਇਨਸ ਹੁੰਦੇ ਆ, ठीक है। टैंपरेरी हार्डनेस होंगी, सो टैंपरेरी हार्डनेस आप किस तरह रिमूव कर सकते हैं? सिंपल रिमूव बॉइलिंग करके। तो टैंपरेरी हार्डनेस आप बाईकार्बोनेट्स किस तरह हीट करके कैल्शियम कार्बोनेट ते कार्बन डाइऑक्साइड ते वाटर कट सकते हैं। उस तो बाद हार्ड वाटर की होंगे, हार्ड वाटर की होंगे कैल्शियम, मैग्नीशियम, सल्फेट ते क्लोरीन। परमानेंट हार्डनेस होंगी है तो की बनेगा कैल्शियम ते सल्फेट। जो परमानेंट हार्डनेस आप करांगे कैल्शियम प्लस सल्फेट ही बन जाएगा कैल्शियम सल्फेट। उस तो बाद नैक्सट स्लाइड उसने की दसदी पई है कि सॉफ्टनिंग ऑफ वाटर, नंबर ऑफ मैथड आप सॉफ्टनिंग सॉफ्ट कर सकते हैं वाटर ਨੂੰ पहले बॉयल करके, ठीक है। फिर ਉਹਦੇ ਵਿੱਚ कैल्शियम हाइड्रोक्साइड पा के, फिर ਉਹਦੇ ਵਿੱਚ सोडियम कार्बोनेट पा के आयन एक्सचेंज रेजन करके। So thank you. Have a good day. Thank you. Thank you so much.